हाँ जी डियर स्टूडेंट्स, ਆਪਾਂ ਕੱਲ जो टॉपिक ਕੀਤਾ ਸੀ ਬੱਚੇ, ਆਪਾਂ ਨੇ ਕੀਤਾ ਸੀਗਾ ਕਿ ਫੰਕਸ਼ਨਸ ਕੀ ਹੁੰਦੇ ਨੇ, ਹੈ ਨਾ, ਉਹਨਾਂ ਦੀ ਡੋਮੇਨ ਰੇਂਜ ਕੀ ਹੁੰਦੀ ਹੈ ਤੇ ਰਿਲੇਸ਼ਨ ਕੀਤਾ ਸੀਗਾ ਤੇ ਉਹਦੀ ਕੁਝ ਇੱਕ ਲਾਈਵ ਐਗਜ਼ਾਮਪਲ ਵੀ ਤੁਹਾਨੂੰ ਮੈਂ ਦਿੱਤੀ ਸੀਗੀ। ਅੱਜ ਆਪਾਂ ਨੇ ਫੰਕਸ਼ਨ ਦੀਆਂ ਕੁਝ ਟਾਈਪਸ ਕਰਨੀਆਂ ਨੇ, ਜਿਹਦੇ ਵਿੱਚ ਤੁਹਾਡੇ ਕੋਲ ਵੈਸੇ ਤਾਂ ਫੰਕਸ਼ਨ ਦੀਆਂ ਬਹੁਤ ਸਾਰੀਆਂ ਟਾਈਪਸ ਨੇਗੀਆਂ, ਬਟ ਕੁਝ ਕੰਸਰਨਡ ਜਿਹੜੀਆਂ ਆਪਣੇ ਸਿਲੇਬਸ ਦੇ ਨਾਲ ਰਿਲੇਟਡ ਨੇ ਆਪਾਂ ਉਹ ਟਾਈਪਸ ਕਰਾਂਗੇ ਅੱਜ। ਜਿਹਦੇ ਵਿੱਚੋਂ ਸਭ ਤੋਂ ਪਹਿਲੀ ਤੁਹਾਡੇ ਕੋਲ ਹੈਗੀ ਹੈ ਅਲਜੇਬਰਾਇਕ ਫੰਕਸ਼ਨਸ। ਠੀਕ ਹੈ, ਅਲਜੇਬਰਾਇਕ ਫੰਕਸ਼ਨਸ ਕੀ ਹੁੰਦੇ ਨੇ? ਇਹ ਫੰਕਸ਼ਨ ਵਿੱਚ ਕੰਸਿਸਟਸ ਆਫ ਪਾਵਰ ਆਫ ਵੇਰੀਏਬਲਸ ਐਂਡ ਕੌਨਸਟੈਂਟਸ connected together by the four mathematical operations addition, subtraction, multiplication and division is called an algebraic function। ਮੀਨਸ ਕੀ ਹੋਇਆ ਕਿ ਕੋਈ ਐਸਾ ਫੰਕਸ਼ਨ ਜਿਹਦੇ ਵਿੱਚ ਵੇਰੀਏਬਲਸ ਅਤੇ ਕੌਨਸਟੈਂਟ, ਵੇਰੀਏਬਲਸ ਕੀ ਹੁੰਦੇ ਨੇ? ਉਹ ਵਾਲੇ ਟਰਮਸ ਜਿਨ੍ਹਾਂ ਦੀ ਵੈਲਿਊ ਆਪਾਂ ਚੇਂਜ ਕਰ ਸਕਦੇ ਹਾਂ, ਅਤੇ ਕੌਨਸਟੈਂਟਸ ਕੀ ਹੁੰਦੇ ਨੇ? ਜਿਨ੍ਹਾਂ ਦੀ ਵੈਲਿਊ ਫਿਕਸ ਰਹਿੰਦੀ ਹੈ। ਜਿਵੇਂ ਇਸ ਦੇ ਵਿੱਚ 7 ਜਿਹੜਾ ਹੈਗਾ ਉਹ ਕੌਨਸਟੈਂਟ ਹੈ ਅਤੇ ਐਕਸ ਇੱਕ ਵੇਰੀਏਬਲ ਹੈ। ਠੀਕ ਹੈ, ਤਾਂ ਐਕਸ ਦੀ ਵੈਲਿਊ ਆਪਾਂ ਕੁਝ ਵੀ ਸਬਸਟੀਟਿਊਟ ਕਰ ਸਕਦੇ ਹਾਂ, ਦੈਨ ਉਹ ਵੇਰੀਏਬਲ ਹੋ ਗਿਆ, ਬਟ 7 ਫਿਕਸ ਹੈ, ਇਸ ਕਰਕੇ ਉਹਨੂੰ ਆਪਾਂ ਕੌਨਸਟੈਂਟ ਕਵਾਂਗੇ। ਮੀਨਸ ਕਿ ਕੋਂਬੀਨੇਸ਼ਨ ਵਿਚ ਕੰਸਿਸਟ ਆਫ ਪਾਵਰ ਆਫ ਵੇਰੀਏਬਲਸ ਐਂਡ ਕੌਨਸਟੈਂਟਸ ਕਨੈਕਟਿਡ। ਇਹਦੇ ਵਿੱਚ ਕੌਨਸਟੈਂਟ ਅਤੇ ਵੇਰੀਏਬਲਸ ਜਿਹੜੇ ਨੇ ਉਹ ਆਪਸ ਦੇ ਵਿੱਚ 4 ਮੈਥਮੈਟੀਕਲੀ ਓਪਰੇਸ਼ਨਸ ਦੇ ਨਾਲ ਕਨੈਕਟਿਡ ਨੇ। ਉਹਨਾਂ ਚਾਰਾਂ 'ਚ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਭਾਵੇਂ ਐਡੀਸ਼ਨ ਕਰ ਸਕਦੇ ਹੋ, ਭਾਵੇਂ ਸਬਟਰੈਕਸ਼ਨ ਕਰ ਸਕਦੇ ਹੋ, ਭਾਵੇਂ ਮਲਟੀਪਲੀਕੇਸ਼ਨ ਕਰ ਸਕਦੇ ਹੋ, ਭਾਵੇਂ ਡਿਵੀਜ਼ਨ ਓਪਰੇਸ਼ਨ ਕਰ ਸਕਦੇ ਹੋ। ਤਾਂ ਇਹਨਾਂ ਫੰਕਸ਼ਨਸ ਨੂੰ ਆਪਾਂ ਅਲਜੇਬਰਾਇਕ ਫੰਕਸ਼ਨਸ ਬੋਲਦੇ ਹਾਂ, ਜਿਹੜੇ ਕਿ ਵੇਰੀਏਬਲ ਅਤੇ ਕੌਨਸਟੈਂਟ ਦੇ ਕੰਬੀਨੇਸ਼ਨ ਤੋਂ ਬਣਦੇ ਨੇ। ਇਹ ਫੰਕਸ਼ਨ ਵਿਚ ਇਜ਼ ਨੋਟ ਐਲਜੇਬਰਾਇਕ ਇਜ਼ ਕਾਲਡ ਟ੍ਰਾਂਸੀਡੈਂਟਲ ਫੰਕਸ਼ਨ। ਜਿਹੜਾ ਫੰਕਸ਼ਨ ਅਲਜੇਬਰਾਇਕ ਨਹੀਂ ਹੁੰਦਾ ਉਹਨੂੰ ਆਪਾਂ ਟ੍ਰਾਂਸੀਡੈਂਟਲ ਫੰਕਸ਼ਨ ਦਾ ਨਾਮ ਦਿੰਦੇ ਹਾਂ। ਠੀਕ ਹੈ ਜੀ, ਅਤੇ ਜਿਵੇਂ ਟ੍ਰਾਂਸੀਡੈਂਟਲ ਫੰਕਸ਼ਨ ਦੇ ਵਿੱਚ ਕੁਝ ਟਾਈਪਸ ਨੈਕਸਟ ਤੁਹਾਡੇ ਕੋਲ ਜਿਵੇਂ ਆ ਜਾਂਦਾ ਹੈਗਾ ਟ੍ਰਿਗਨੋਮੈਟ੍ਰਿਕ ਫੰਕਸ਼ਨ, ਹੈ ਨਾ। ਟ੍ਰਿਗਨੋਮੈਟ੍ਰਿਕ ਫੰਕਸ਼ਨ ਕਿਹੜੇ ਹੋ ਗਏ? ਦ ਫੰਕਸ਼ਨਸ ਸਾਈਨ ਐਕਸ, ਕਾਸ ਐਕਸ, ਟੈਨ ਐਕਸ, ਕਾਟ ਐਕਸ, ਸੀਕੈਂਟ ਐਕਸ, ਕੋਸੀਕੈਂਟ ਐਕਸ ਐਂਡ ਦੇਅਰ combinations involving the 4 mathematical operations are all trigonometric functions। ਮੀਨਸ ਕਿ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਸਾਈਨ ਐਕਸ ਲਿਖਿਆ ਹੋਵੇ, ਕੋਸ ਐਕਸ, ਇਹਨਾਂ 6ਵਾਂ ਦੇ ਵਿੱਚੋਂ ਚਾਹੇ ਕੋਈ ਵੀ ਟਰਮ ਲਿਖੀ ਹੋਵੇ ਜਾਂ ਫਿਰ ਉਹਨਾਂ ਦਾ ਕੰਬੀਨੇਸ਼ਨ ਯੂਜ਼ ਹੋਇਆ ਹੋਵੇ, ਉਹਨੂੰ ਆਪਾਂ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਕਹਿੰਦੇ ਹਾਂ। ਨੈਕਸਟ ਤੁਹਾਡੇ ਕੋਲ ਆ ਜਾਂਦਾ ਬੱਚੇ ਲੋਗੈਰੀਥਮ ਫੰਕਸ਼ਨ। ਕੀ ਹੁੰਦੇ ਨੇ? ਦ ਫੰਕਸ਼ਨ ਐਫ ਐਕਸ ਇਕੁਅਲ ਟੂ ਲੋਗ ਏ ਐਕਸ ਵੇਅਰ ਐਕਸ ਗ੍ਰੇਟਰ ਦੈਨ 0 ਐਂਡ ਏ ਗ੍ਰੇਟਰ ਦੈਨ 0। ਮੀਨਸ ਕਿ ਐਕਸ ਔਰ ਏ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਦੋਵੇਂ ਪੋਜ਼ੀਟਿਵ ਪਲੱਸ ਨੋਟ ਇਕੁਅਲਸ ਟੂ 1 ਹੋਣੀਆਂ ਚਾਹੀਦੀਆਂ ਨੇ। ਇਜ਼ ਕਾਲਡ ਦ ਜਨਰਲ ਲੋਗੈਰੀਥਮ ਫੰਕਸ਼ਨ ਵੇਅਰ ਏ ਇਜ਼ ਰਿਪਲੇਸਡ ਬਾਈ ਈ। ਅਗਰ ਤੁਹਾਡੇ ਕੋਲ ਏ ਦੀ ਜਗ੍ਹਾ 'ਤੇ ਬੇਸ ਦੇ ਵਿੱਚ ਜਿਹੜਾ ਛੋਟਾ ਜਿਹਾ ਏ ਪਾਇਆ ਹੋਇਆ ਹੈ, ਅਗਰ ਤੁਹਾਡੇ ਕੋਲ ਇਹਦੀ ਜਗ੍ਹਾ 'ਤੇ ਈ ਲਿਖਿਆ ਆ ਜਾਂਦਾ ਹੈ, ਜਿਹੜਾ ਇਹ ਈ ਹੈ ਉਹਦੀ ਨੈਚੁਰਲ ਵੈਲਿਊ ਹੈਗੀ ਹੈ 2.7182, ਤਾਂ ਇਸ ਫੰਕਸ਼ਨ ਨੂੰ ਤੁਸੀਂ ਨੈਚੁਰਲ ਲੋਗੈਰੀਥਮ ਫੰਕਸ਼ਨ ਦਾ ਕੰਸੈਪਟ ਜਿਹੜਾ ਉਹ ਕਹਿ ਸਕਦੇ ਹੋ। ਠੀਕ ਹੈ, ਤਾਂ ਇਹਦੇ ਵਿੱਚ ਇਹ ਨੈਚੁਰਲ ਲੋਗੈਰੀਥਮ। ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦੇ ਨੇ ਇਕੁਅਲ ਫੰਕਸ਼ਨਸ। ਇਕੁਅਲ ਫੰਕਸ਼ਨਸ ਕੀ ਹੁੰਦੇ ਨੇ? ਟੂ ਫੰਕਸ਼ਨਸ ਐਫ ਐਂਡ ਜੀ ਆਰ ਸੈਡ ਟੂ ਬੀ ਇਕੁਅਲ ਇਫ ਐਂਡ ਓਨਲੀ ਇਫ ਡੋਮੇਨ ਆਫ ਐਫ ਇਕੁਅਲ ਟੂ ਡੋਮੇਨ ਆਫ ਜੀ। ਮੀਨਸ ਕਿ ਦੋ ਫੰਕਸ਼ਨ ਇਕੁਅਲ ਤਾਂ ਹੁੰਦੇ ਨੇ ਅਗਰ ਉਹਨਾਂ ਦੀ ਜਿਹੜੀ ਡੋਮੇਨ ਹੈ ਉਹ ਇਕੁਅਲ ਆਵੇ, ਪਲੱਸ ਅਗਰ ਤੁਸੀਂ ਡੋਮੇਨ ਦਾ ਕੋਈ ਵੀ ਪੁਆਇੰਟ ਪੁੱਟ ਕਰਦੇ ਹੋ ਕਿਸੇ ਵੀ ਫੰਕਸ਼ਨ ਦੇ ਵਿੱਚ, ਤਾਂ ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਦੈਟ ਆਰ ਆਲਸੋ ਇਕੁਅਲ। ਮੀਨਸ ਐਫ ਐਕਸ ਇਕੁਅਲ ਟੂ ਜੀ ਐਕਸ ਫॉर ਆਲ ਐਕਸ ਬਿਲੋਂਗਸ ਟੂ ਡੋਮੇਨ ਆਫ ਐਫ ਔਰ ਡੋਮੇਨ ਆਫ ਜੀ। ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦਾ ਹੈ ਵੈਲਿਊ ਆਫ ਏ ਫੰਕਸ਼ਨ ਐਟ ਏ ਗਿਵਨ ਪੁਆਇੰਟ। ਮੀਨਸ ਕਿ ਅਗਰ ਤੁਹਾਡੇ ਕੋਲ ਇੱਕ ਫੰਕਸ਼ਨ ਦਿੱਤਾ ਹੁੰਦਾ ਹੈ ਅਤੇ ਉਹਦੀ ਪਰਟੀਕੂਲਰ ਕੋਈ ਵੈਲਿਊ ਦੇ ਉੱਪਰ, ਕੋਈ ਪਰਟੀਕੂਲਰ ਪੁਆਇੰਟ ਦੇ ਉੱਪਰ ਤੁਹਾਨੂੰ ਉਹਦੀ ਵੈਲਿਊ ਪੁੱਛਦੇ ਨੇ, ਤਾਂ ਤੁਸੀਂ ਕਿਵੇਂ ਫਾਈਂਡ ਆਊਟ ਕਰਨੀ ਹੈ? ਵੈਲਿਊ ਆਫ ਏ ਫੰਕਸ਼ਨ ਐਫ ਐਟ ਐਕਸ ਇਕੁਅਲ ਟੂ ਏ ਇਜ਼ ਡਿਨੋਟਿਡ ਬਾਈ ਐਫ ਆਫ ਏ। ਮੀਨਸ ਕਿ ਅਗਰ ਮੰਨ ਲਓ ਤੁਹਾਡੇ ਕੋਲ ਪੁਆਇੰਟ ਜਿਹੜਾ ਹੈਗਾ ਉਹ ਐਕਸ ਇਕੁਅਲ ਟੂ ਏ ਦਾ ਪੁਆਇੰਟ ਦਿੱਤਾ ਹੋਇਆ ਅਤੇ ਤੁਹਾਨੂੰ ਫੰਕਸ਼ਨ ਜਿਹੜਾ ਉਹ ਐਫ ਐਕਸ ਦਾ ਫੰਕਸ਼ਨ ਗਿਵਨ ਹੈ, ਤਾਂ ਤੁਸੀਂ ਜਿਹੜੀ ਵੈਲਿਊ ਫਾਈਂਡ ਕਰਨੀ ਹੈ ਉਹ ਐਫ ਐਕਸ ਨੂੰ ਤੁਸੀਂ ਰਿਪਲੇਸ ਕਰ ਦੇਣਾ ਏ ਦੇ ਨਾਲ। ਐਂਡ ਇਜ਼ ਕੈਲਕੂਲੇਟਿਡ ਬਾਈ ਪੁਟਿੰਗ ਏ ਫॉर ਐਕਸ। ਮੀਨਸ ਜਿੱਥੇ ਵੀ ਤੁਹਾਡੇ ਫੰਕਸ਼ਨ ਦੇ ਵਿੱਚ ਐਕਸ ਹੋਊਗਾ ਤੁਸੀਂ ਉਹਦੀ ਜਗ੍ਹਾ 'ਤੇ ਉਹ ਪੁਆਇੰਟ ਦੀ ਪਰਟੀਕੂਲਰ ਵੈਲਿਊ ਸਬਸਟੀਟਿਊਟ ਕਰ ਦੇਣੀ ਹੈ। ਜਿਵੇਂ ਫॉर ਐਗਜ਼ਾਮਪਲ ਤੁਹਾਡੇ ਕੋਲ ਹੈਗਾ ਐਫ ਐਕਸ ਇਕੁਅਲ ਟੂ 2x ਪਲੱਸ 5। ਠੀਕ ਹੈ, ਤੁਹਾਨੂੰ ਕਹਿੰਦੇ ਹੈ ਕਿ ਤੁਸੀਂ ਐਟ ਐਕਸ ਇਕੁਅਲ ਟੂ 1 ਦੇ ਉੱਪਰ ਇਹਦੀ ਵੈਲਿਊ ਦੱਸੋ, ਤਾਂ ਤੁਸੀਂ ਕੀ ਕਰਨਾ ਹੈ? ਐਕਸ ਦੀ ਜਗ੍ਹਾ 'ਤੇ 1 ਸਬਸਟੀਟਿਊਟ ਕਰ ਦੇਣਾ ਹੈ। ਮੀਨਸ ਅਗਰ ਇੱਥੇ 2x ਹੈ ਤਾਂ ਤੁਸੀਂ ਐਕਸ ਦੀ ਜਗ੍ਹਾ 'ਤੇ 1 ਪੁੱਟ ਕਰਕੇ ਤੁਹਾਡਾ ਜਿਹੜਾ ਆਨਸਰ ਹੈ ਉਹ ਕਿੰਨਾ ਆ ਜਾਊਗਾ? 7 ਆ ਜਾਊਗਾ। ਮੀਨਸ ਫੰਕਸ਼ਨ ਦੀ ਐਟ ਦ ਪੁਆਇੰਟ 1 ਵੈਲਿਊ ਕਿੰਨੀ ਹੈ? 7।
ਤੁਸੀਂ ਇੱਥੇ ਇਸ ਤਰ੍ਹਾਂ ਕੋਈ ਵੀ ਪੁਆਇੰਟ ਪੁੱਟ ਕਰ ਸਕਦੇ ਹੋ, ਜਿਵੇਂ ਮੰਨ ਲਓ 2 ਪੁੱਟ ਕੀਤਾ ਤਾਂ ਤੁਹਾਡੇ ਕੋਲ ਆ ਜਾਊਗਾ 2 × 2 + 5 ਮੀਨਸ 4 + 5 = 9। ਤਾਂ ਇਹ ਤੁਹਾਡੇ ਕੋਲੇ ਫੰਕਸ਼ਨਲ ਵੈਲਿਊ ਹੈ। ਤੁਸੀਂ ਜਿਹੜਾ ਵੀ ਪੁਆਇੰਟ ਗਿਵਨ ਹੈ ਬਸ ਉਹਨੂੰ ਜਸਟ ਰਿਪਲੇਸ ਕਰਨਾ ਵਿਦ ਦਾ x। ਜਿਵੇਂ ਤੁਹਾਡੀ ਬੁੱਕ ਦੇ ਵਿੱਚ ਵੀ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, fx = x³ - 7x + 2, ਠੀਕ ਹੈ। ਦੈਨ f of 0 ਕੀ ਹੋਊਗਾ, ਤੁਸੀਂ x ਦੀ ਜਗ੍ਹਾ ਤੇ 0 ਰਿਪਲੇਸ ਕਰ ਦਿਓ, 0³ - 7 × 0 + 2। ਤਾਂ ਇਹ ਦੋਨੋਂ ਟਰਮਸ ਤਾਂ 0 ਬਣ ਗਈਆਂ, ਤਾਂ ਰਹਿ ਗਿਆ ਸਿਰਫ 2, ਠੀਕ ਹੈ ਬੱਚੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਫੰਕਸ਼ਨਲ ਵੈਲਿਊ ਕੱਢ ਸਕਦੇ ਹੋ। ਤੇ ਨੈਕਸਟ ਕੁਛ ਇੰਪੋਰਟੈਂਟ ਰਿਜ਼ਲਟਸ ਨੇਗੇ, ਜਿਨ੍ਹਾਂ ਦੇ ਵਿੱਚੋਂ ਅਗਰ ਤੁਹਾਨੂੰ ਜਿਵੇਂ 2 ਫੈਕਟਰ ਦਿੱਤੇ ਹੋਏ ਆ x - a x - b, ਅਗਰ ਦੋਨਾਂ ਦੀ ਪ੍ਰੋਡਕਟ ਲੈਸ ਦੈਨ 0 ਹੈ ਤਾਂ ਜਿਹੜਾ ਤੁਹਾਡਾ ਆਨਸਰ ਹੈ ਉਹ ਇਸ ਐਕਸਕਲੂਡ ਕਰੂਗਾ a ਤੇ b ਨੂੰ, ਮੀਨਸ ਉਹ a ਤੇ b ਦੇ ਵਿੱਚ ਲਾਈ ਕਰੂਗਾ। ਬਟ ਅਗਰ ਇਹ ਪ੍ਰੋਡਕਟ ਗ੍ਰੇਟਰ ਦੈਨ 0 ਹੈ ਦੈਨ x ਡਜ਼ ਨੋਟ ਲਾਈ ਬਿਟਵੀਨ a ਐਂਡ b, ਤਾਂ ਉਹ a ਤੇ b ਦੇ ਵਿੱਚ ਲਾਈ ਨਹੀਂ ਕਰੂਗਾ, ਉਹ a ਤੋਂ ਛੋਟਾ ਤੇ b ਤੋਂ ਬੜਾ ਹੋ ਜਾਊਗਾ। ਨੈਕਸਟ ਅਗਰ ਤੁਹਾਡੇ ਕੋਲ ਮੋਡ x ਦਾ ਫੰਕਸ਼ਨ ਗਿਵਨ ਹੈ, ਮੋਡ x ਨੇ ਦਾ ਕੰਮ ਕੀ ਹੁੰਦਾ ਹੈ ਕਿ ਅਗਰ ਤੁਸੀਂ ਇਹਦੇ ਵਿੱਚ ਨੈਗੇਟਿਵ ਵੈਲਿਊ ਵੀ ਪੁੱਟ ਕਰਦੇ ਹੋ ਤਾਂ ਉਹਨੇ ਪੋਜ਼ੀਟਿਵ ਆਨਸਰ ਦੇ ਦੇਣਾ ਹੁੰਦਾ ਹੈ। ਮੀਨਸ ਕਿ ਇਹਨੇ ਅਗਰ ਤੁਸੀਂ x ਦੀ ਪੋਜ਼ੀਟਿਵ ਵੈਲਿਊ ਪੁੱਟ ਕਰਦੇ ਹੋ ਤਾਂ ਇਹਨੇ x ਆਨਸਰ ਦੇਣਾ ਹੈ। ਅਗਰ ਤੁਸੀਂ 0 ਪੁੱਟ ਕਰਦੇ ਹੋ ਦੈਨ 0, ਅਗਰ ਤੁਸੀਂ x ਦੀ ਵੈਲਿਊ ਲੈਸ ਦੈਨ 0 ਪੁੱਟ ਕਰਦੇ ਹੋ ਤਾਂ ਮੋਡ x ਨੇ -x ਦੇਣਾ ਹੈ। -x ਨੇ ਵੀ ਪੋਜ਼ੀਟਿਵ ਹੀ ਬਣ ਜਾਣਾ ਹੈ, ਬਿਕੋਜ਼ x ਇਜ਼ ਆਲਰੇਡੀ ਨੈਗੇਟਿਵ। x ਨੈਗੇਟਿਵ ਹੈ, ਇੱਕ ਨੈਗੇਟਿਵ ਹੋਰ ਆ ਗਿਆ, ਦੈਨ ਇਹਨੇ ਵੀ ਪੋਜ਼ੀਟਿਵ ਬਣ ਜਾਣਾ। ਨੈਕਸਟ ਹੈਗਾ √(x²) - mod of x। ਤੇ ਨੈਕਸਟ ਆ ਗਿਆ ਕਿ ਅਗਰ ਤੁਹਾਡੇ ਕੋਲ mod x ਦੀ ਜਿਹੜੀ ਵੈਲਿਊ ਹੈ ਉਹ ਕੋਈ ਪੋਜ਼ੀਟਿਵ ਨੰਬਰ ਦਿੱਤਾ ਹੋਇਆ ਤਾਂ ਤੁਸੀਂ x ਦੀਆਂ ਜਿਹੜੀਆਂ ਨੇ ਉਹ 2 ਵੈਲਿਊਜ਼ ਆਉਣਗੀਆਂ, ਇੱਕ ਤੁਸੀਂ ਪੋਜ਼ੀਟਿਵ 'ਚ ਕੰਸੀਡਰ ਕਰ ਸਕਦੇ ਹੋ, ਇੱਕ ਨੈਗੇਟਿਵ ਦੇ ਵਿੱਚ। ਫਿਰ ਆ ਜਾਂਦਾ ਅਗਰ ਕਿ mod of x ਜਿਹੜਾ ਹੈਗਾ ਉਹ ਲੈਸ ਦੈਨ l ਹੈ, ਕਿਸੇ ਨੰਬਰ ਤੋਂ ਛੋਟਾ ਹੈ, ਦੈਨ x ਦੀ ਜਿਹੜੀ ਵੈਲਿਊ ਹੈ ਉਹ -l ਤੇ l ਦੇ ਬਿਟਵੀਨ ਲਾਈ ਕਰੂਗੀ, ਉਸ ਤੋਂ ਬਾਹਰ ਨਹੀਂ ਜਾ ਸਕਦੀ। ਨੈਕਸਟ ਆ ਜਾਂਦਾ ਅਗਰ mod of x ਗ੍ਰੇਟਰ ਦੈਨ l ਹੈ ਦੈਨ ਆਈਦਰ x ਲੈਸ ਦੈਨ -l ਔਰ x ਗ੍ਰੇਟਰ ਦੈਨ l, ਠੀਕ ਹੈ। ਤੇ ਨੈਕਸਟ ਆ ਜਾਂਦਾ ਬੱਚੇ ਤੁਹਾਡੇ ਕੋਲ ਗ੍ਰਾਫ ਆਫ ਅ ਫੰਕਸ਼ਨ ਕੀ ਹੁੰਦਾ ਹੈ। ਫੰਕਸ਼ਨ ਦੀ ਡੈਫੀਨੇਸ਼ਨ, ਗ੍ਰਾਫ ਦੀ ਡੈਫੀਨੇਸ਼ਨ ਕੀ ਹੋਗੀ ਕਿ ਅਗਰ ਮੰਨ ਲਓ f ਤੁਹਾਡੇ ਕੋਲ ਕੋਈ ਵੀ ਰੀਅਲ ਵੈਲਿਊਡ ਫੰਕਸ਼ਨ ਹੈ ਜਿਹੜਾ ਕਿ ਕਿਸੇ ਸੈੱਟ ਦੇ ਉੱਪਰ ਡਿਫਾਈਨਡ ਹੈ, ਜਿਹੜਾ ਕਿ ਸਬਸੈਟ ਹੈ R ਦਾ, ਦੈਨ ਦ ਸੈੱਟ g of f ਮੀਨਸ ਇਹਦੇ ਵਿੱਚ ਤੁਸੀਂ x ਤੇ y ਦੇ ਪੁਆਇੰਟਸ ਜਿਹੜੇ ਨੇ ਉਹ ਇਕੱਠੇ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖੋ ਇੱਥੇ ਆਪਾਂ ਨੇ ਇਹ ਫੰਕਸ਼ਨਲ ਵੈਲਿਊ ਕੱਢੀ ਸੀ f of x = 2x + 5 ਦੀ। ਇਹਦੇ ਵਿੱਚ ਜਦੋਂ ਤੁਸੀਂ 1 ਪੁੱਟ ਕੀਤਾ ਤਾਂ 7 ਆ ਗਿਆ, ਜਦੋਂ ਤੁਸੀਂ 2 ਪੁੱਟ ਕੀਤਾ ਤਾਂ 9 ਆ ਗਿਆ। ਤਾਂ ਇੱਥੇ ਤੁਹਾਡੇ ਕੋਲ 1 ਦੇ ਕਰਸਪੋਂਡਿੰਗ ਵੈਲਿਊ ਕਿੰਨੀ ਆ ਗਈ 7, ਤਾਂ ਤੁਸੀਂ ਇਹਨੂੰ 7 ਦੇ ਵਿੱਚ ਬ੍ਰੈਕਟਸ 'ਚ ਪਾ ਕੇ ਲਿਖ ਸਕਦੇ ਹੋ, ਤੇ ਇਹਨੂੰ ਤੁਸੀਂ ਲਿਖ ਸਕਦੇ ਹੋ 2 ਤੇ 9। ਤਾਂ ਇੱਕ ਐਸਾ ਸੈੱਟ ਜਿਹਦੇ ਵਿੱਚ ਤੁਸੀਂ 1 7 2 9 ਮੀਨਸ ਇਸ ਤਰ੍ਹਾਂ ਦੇ ਹੋਰ ਜਿੰਨੇ ਵੀ ਪੁਆਇੰਟਸ ਤੁਸੀਂ ਫਾਈਂਡ ਕਰਦੇ ਜਾਓਗੇ, ਇਹ ਸੈੱਟ ਜਿਹੜਾ ਹੈਗਾ ਤੁਹਾਡੇ ਕੋਲ ਗ੍ਰਾਫ ਬਣ ਜੂਗਾ f ਦਾ। ਮੀਨਸ ਜਦੋਂ ਤੁਸੀਂ ਇਹਨਾਂ ਪੁਆਇੰਟਸ ਨੂੰ ਗ੍ਰਾਫ ਦੇ ਉੱਪਰ ਪਲੋਟ ਕਰਕੇ ਜੁਆਇਨ ਕਰੋਗੇ ਤਾਂ ਉਹ ਤੁਹਾਡੇ ਕੋਲ ਗ੍ਰਾਫ ਡਰੋ ਹੋ ਜਾਊਗਾ। ਜਿਵੇਂ 1 ਦੇ ਕਰਸਪੋਂਡਿੰਗ 7 ਲਿੱਤਾ, 2 ਦੇ ਕਰਸਪੋਂਡਿੰਗ 9 ਲਿੱਤਾ, ਤਾਂ ਇਹ ਤੁਹਾਡੇ ਕੋਲ ਇੱਕ ਸਟ੍ਰੇਟ ਲਾਈਨ ਬਣ ਕੇ ਆ ਜੂਗੀ। ਤਾਂ ਇਸ ਤਰੀਕੇ ਦੇ ਨਾਲ ਜਦੋਂ ਜਿਹੜਾ ਗ੍ਰਾਫ ਹੈ ਉਹ ਤੁਹਾਡੇ ਕੋਲ XY ਪੁਆਇੰਟਸ ਦਾ ਸੈੱਟ ਹੈ, ਤੁਸੀਂ ਜਿਵੇਂ ਵੀ XY ਪੁਆਇੰਟਸ ਨੂੰ ਗ੍ਰਾਫ ਦੇ ਉੱਪਰ ਪਲੋਟ ਕਰਕੇ ਉਹਨਾਂ ਨੂੰ ਜੁਆਇਨ ਕਰਦੇ ਜਾਓਗੇ ਤਾਂ ਉਹ ਕਰਸਪੋਂਡਿੰਗ ਫੰਕਸ਼ਨ ਦਾ ਗ੍ਰਾਫ ਬਣ ਕੇ ਆ ਜਾਊਗਾ, ਠੀਕ ਹੈ ਜੀ। ਤੇ ਨੈਕਸਟ ਕੁਛ ਇੰਪੋਰਟੈਂਟ ਫੰਕਸ਼ਨ ਨੇ ਤੇ ਉਹਨਾਂ ਦੇ ਨਾਲ ਰਿਲੇਟਡ ਗ੍ਰਾਫਸ ਦੇਖਣੇ ਨੇ ਆਪਾਂ ਨੇ ਕੀ ਹੁੰਦੇ ਨੇ। ਜਿਵੇਂ ਕੋਈ ਵੀ ਕਨਸਟੈਂਟ ਫੰਕਸ਼ਨ ਲਿੱਤਾ ਆਪਾਂ ਨੇ, ਕਨਸਟੈਂਟ ਫੰਕਸ਼ਨ ਕੀ ਹੁੰਦਾ ਹੈ, ਕਨਸਟੈਂਟ ਫੰਕਸ਼ਨ ਹੁੰਦਾ ਕਿ ਜਿਹਦੀ ਰੇਂਜ ਸੈੱਟ ਦੇ ਵਿੱਚ ਸਿਰਫ ਇੱਕੋ ਹੀ ਐਲੀਮੈਂਟ ਆਵੇ, ਮੀਨਸ ਕਿ ਤੁਸੀਂ x ਦੀ ਕੋਈ ਵੀ ਵੈਲਿਊ ਪੁੱਟ ਕਰਦੇ ਜਾਓ ਉਹਨਾਂ ਦੇ ਕਰਸਪੋਂਡਿੰਗ ਸੇਮ ਇਮੇਜ ਆਉਂਦੀ ਜਾ ਰਹੀ ਹੈ। ਜਿਵੇਂ fx = ਸਪੋਜ਼ ਕਰੋ ਤੁਸੀਂ fx = 1 ਦਾ ਫੰਕਸ਼ਨ ਲਿੱਤਾ, fx = 1 ਦਾ ਤੁਸੀਂ ਇਹਦੇ ਵਿੱਚ x ਦੀ ਕੋਈ ਵੀ ਵੈਲਿਊ ਪੁੱਟ ਕਰੋ, ਜਿਵੇਂ ਸਪੋਜ਼ ਤੁਸੀਂ 1 ਪੁੱਟ ਕੀਤੀ ਤਾਂ 1 ਆ ਗਿਆ, ਜੇ 2 ਪੁੱਟ ਕਰੋਗੇ ਤਾਂ 2 ਆ ਜਾਊਗਾ। ਮੀਨਸ ਤੁਸੀਂ x ਦੀ ਕੋਈ ਵੀ ਵੈਲਿਊ ਪੁੱਟ ਕਰਦੇ ਜਾਓ, ਸਾਰਿਆਂ ਦੇ ਕਰਸਪੋਂਡਿੰਗ ਸਿਰਫ y ਦੇ ਵਿੱਚ ਸਿਰਫ ਇੱਕੋ ਹੀ ਪੁਆਇੰਟ ਹੈ 1, ਤਾਂ ਇਹਦੀ ਰੇਂਜ ਸੈੱਟ ਦੇ ਵਿੱਚ ਸਿਰਫ 1 ਹੀ ਆਊਗਾ। ਤਾਂ ਐਸੇ ਫੰਕਸ਼ਨਸ ਦਾ ਗ੍ਰਾਫ ਕੀ ਹੁੰਦਾ ਹੈ, ਸਟ੍ਰੇਟ ਲਾਈਨਸ ਹੁੰਦੀਆਂ ਨੇ। ਸਟ੍ਰੇਟ ਲਾਈਨਸ ਕਿਵੇਂ ਹੁੰਦੀਆਂ ਨੇ ਕਿ ਜਿਵੇਂ ਮੰਨ ਲਓ ਹੁਣ ਤੁਸੀਂ ਗ੍ਰਾਫ ਦੇ ਉੱਪਰ ਜਦੋਂ ਤੁਸੀਂ ਜੁਆਇਨ ਕਰੋਗੇ ਹੈ ਨਾ, ਤਾਂ ਜੇ ਤਾਂ ਮੰਨ ਲਓ ਆਪਣੇ ਕੋਲੇ ਗ੍ਰਾਫ ਜਿਹੜਾ ਹੈਗਾ ਉਹ ਸਟ੍ਰੇਟ ਲਾਈਨ ਬਣੂਗੀ ਪੈਰਲਲ ਟੂ ਦੀ x ਐਕਸਿਸ ਐਟ ਏ ਡਿਸਟੈਂਸ c। ਮੀਨਸ ਇਹਨਾਂ ਦਾ ਜਿਹੜਾ ਗ੍ਰਾਫ ਹੈ, ਜਿਵੇਂ ਇੱਥੇ ਤੁਹਾਡੇ ਕੋਲੇ fx = 1 ਦਾ ਗ੍ਰਾਫ ਹੈਗਾ, ਉਹਨੇ ਕੀ ਬਣ ਜਾਣਾ, ਇਹਨੇ 1 ਹਾਈਟ ਦੇ ਉੱਪਰ ਜਸਟ ਹੋਰੀਜ਼ੋਨਟਲ ਲਾਈਨ ਡਰੋ ਕਰਕੇ ਇਹ ਤੁਹਾਡਾ ਗ੍ਰਾਫ ਬਣ ਜਾਊਗਾ y = 1 ਦਾ।
अगर तुहाडे कोल इत्थे 0 है दैन 0 मीनस तुहाडे कोल एक्स एक्सिस जिहड़ी हैगी आ ओह इसदा ग्राफ बन जूगी। अगर तुहाडे कोल f(x) इक्वल टू -1 दिता होया दैन उन्हें बिलो बनना है एक्स एक्सिस तो मीनस सेंटर तो बिलो आना है एट अ डिस्टेंस 1 मीनस y इक्वल टू -1 दा ग्राफ बन जूगा। तो इस तरीके दे नाल तुसी कॉन्सटेंट फंक्शनस दा ग्राफ ओह ड्रॉ कर सकते हो। ठीक है जी। नैक्सट तुहाडे कोल आ जांदे ने लीनियर फंक्शन की हुंदे ने। जिहड़े लीनियर फंक्शन हुंदे ने वो इस फॉर्म दे हुंदे ने ax प्लस b मीनस इन्हां दे विच जिहड़ी x दी डिग्री हुंदी है वो मैक्सीमम 1 ही लै सकते हैं, आपां 1 तो ज़्यादा नहीं लै सकते। मीनस कि x दी डिग्री आपां 2 नहीं लै सकते, 3 नहीं लै सकते, सिर्फ आपां 1 तक लै सकते हैं। तो इहदे विच जिहड़े a ते b होणगे कॉन्सटेंट्स होणगे ते x वेरीएबल होगा। आपां जिवें जिवें x दी वैल्यू पुट करते जावांगे उहदे करस्पॉन्डिंग फंक्शन की वैल्यू आती जाऊगी। फिर उस तो बाद आपां उन्हां पॉइंट्स नूं ग्राफ के उपर प्लॉट करके जो ज्वाइन करांगे तुसीं देखोगे कि जिहड़े लीनियर फंक्शन हुंदे ने उन्हां दा जिहड़ा ग्राफ है वो ऑलवेज एक स्ट्रेट लाइन ही बनता है। जिवें आपां हुणे ही कीता है कि जिहड़ा यह 2x + 5 वाला फंक्शन सीगा ये इसी फॉर्म का फंक्शन है ax + b फॉर्म का, जिहदे विचों a की वैल्यू 2 है तो b की वैल्यू 5 है। तो जो तुसी ये करस्पॉन्डिंग पॉइंट्स कड्ढे सी ते उन्हां नूं ज्वाइन करिया सी तो तुसी देखिया सी कि यह एक स्ट्रेट लाइन बन जाती है। तो इस तरीके दे नाल जिहड़े लीनियर फंक्शन हुंदे ने उन्हां दा ग्राफ एक ऑलवेज स्ट्रेट लाइन बनता है। ठीक है। तो नैक्सट अपने को आ जाता है आइडेंटिटी फंक्शन की हुंदा है। आइडेंटिटी फंक्शन का काम हुंदा है कि आपां जो पॉइंट पुट करते हैं आउटपुट भी सेम आती है। मीनस ये फंक्शन अपने को डिफाइन होंगे ने f(x) इक्वल टू x दे नाल। मीनस तुसी जो भी पुट करते हो वही आउटपुट आती है। तो इन्हां दा जदों तुसी ज्वाइन करोगे तो बिल्कुल स्ट्रेट लाइन बनूगी पासिंग थ्रू द सेंटर। मीनस ये 45 डिग्री की स्ट्रेट लाइन बन के आऊगी। नैक्सट तुहाडे कोल आ जांदे ने एब्सोल्यूट वैल्यू फंक्शनस। एब्सोल्यूट वैल्यू फंक्शन ने x देना हुंदा है अगर x ग्रेटर दैन इक्वल्स टू 0 है तो -x देना हुंदा है अगर x लैस दैन 0 है। तो इहदा जिहड़ा ग्राफ है वो दो ब्रांचेस दे विच बनूगा x ते -(x). तो नैक्सट तुहाडे कोल आ जांदा है ग्रेटेस्ट इंटीजर फंक्शन। ग्रेटेस्ट इंटीजर फंक्शन ने की काम करना हुंदा है, इन्हें सिर्फ अपने कोल इंटीग्रल वैल्यू देनी है। इन्हें सिर्फ अपने को इंटीग्रल वैल्यू देनी है जो लैफ्ट साइड ते हुंदी है। तो ये की है कि अगर तुसी 5/3 की इंटीग्रल वैल्यू फाइंड आउट करते हो तो तुसी 5/3 की अप्रोक्सीमेट वैल्यू कितनी आनी है 1.6। तो 1.6 के विचों तुसी सिर्फ वह इंटीग्रल पार्ट कंसीडर करना जिहड़ा कि 1 आऊगा। तो इन्हूं तुसी नंबर लाइन के उपर भी कर सकते हो। जिवें तुसी इत्थे सपोज नंबर लाइन लीती है ना, तो जिवें नंबर लाइन ड्रॉ करो 0 1 2 3 सेम एज इट इज़ -1 -2 एंड -3। अगर तुसी इन बिटवीन किसी भी दो पॉइंट्स के विच पॉइंट लैने हो, जिवें सपोज तुसी इत्थे 1.4 लीता तो 1.4 दे जस्ट लैफ्ट ते देखा करो कि केड़ा इंटीजर पिया। जिवें 1 ते 2 दे इन बिटवीन अगर तुसी कोई भी पॉइंट कंसीडर करते हो तो वो लैफ्ट ते अपने को 1 है। तो 1.4 की इंटीग्रल वैल्यू कितनी आ गई 1 आ गई। सेम इसी तरीके नाल अगर तुसी नैगेटिव पार्ट के विच कंसीडर करते हो, जिवें सपोज -1 ते -2 दे विच कंसीडर किया तो जिवें इत्थे सपोज -1.4 हुंदा तो ये लैफ्ट ते अपने को इंटीजर किहड़ा पिया -2। तो ये इंटीग्रल वैल्यू कितनी आनी सी -2। तो जिहड़े इंटीग्रल फंक्शनस हुंदे ने ग्रेटेस्ट इंटीजर फंक्शन हुंदे ने इहदा जिहड़ा ग्राफ बनदा वो स्टैप्स फॉर्म दे विच बनदा। जिवें 1 to 2 तक एक स्टेयर आ गई दैन उस तो बाद फंक्शन ब्रेक होकर तुहाडे कोल 2 to 3 चला जाऊगा, क्योंकि इंटीजर के उपर ये फंक्शन जिहड़ा वो कॉन्टीन्यूस नहीं हुंदा। ठीक है। तो नैक्सट तुहाडे कोल आ जांदा है रेसिप्रोकल फंक्शन। रेसिप्रोकल फंक्शन ने रेसिप्रोकल करके आंसर देना हुंदा। मीनस कि अगर तुसी 2 पुट कर रहे हो तो वह जिहड़ा आंसर है वो 1/2 आ जाऊगा। तो वह जिहड़ा ग्राफ है वो तुहाडे कोल इस फॉर्म का बनूगा। नैक्सट आ जाता तुहाडे कोल एक्सपोनेंशियल फंक्शन मीनस e⁻x। ये जी डोमेन होंगी है वो रियल नंबर होंगी है, तो जी रेंज होंगी है वो 0 to इनफिनिटी तक जाती है। इस फंक्शन का जो ग्राफ है वो कदे 0 नहीं होंदा। मीनस कि यह एक्स एक्सिस नूं कदे भी टच नहीं करूँगा, क्योंकि एक्स की कोई भी वैल्यू ऐसी नहीं हैगी जिहड़ी कि एक्सपोनेंशियल फंक्शन नूं 0 बनावे। इस फंक्शन का कोई भी रूट एग्जिस्ट नहीं करता। तो यदा जिहड़ा ग्राफ है वो इस तरीके दे नाल शो होगा। नैक्सट है लोगैरिथम फंक्शन। जो लोगैरिथम फंक्शन है इनू आप एंटी एक्सपोनेंशियल फंक्शन है उन्होंने आप लोगैरिथम फंक्शन का इनवर्स फंक्शन भी कह सकते हैं। तो जो लोगैरिथम फंक्शन होंगे ये जी डोमेन है वो है 0 to इनफिनिटी, तो रेंज होंगी है -∞ to इनफिनिटी।
ਈਵਨ ਫੰਕਸ਼ਨ ਕੀ ਹੁੰਦੇ ਨੇ? ਈਵਨ ਫੰਕਸ਼ਨ ਹੁੰਦਾ ਹੈ ਕਿ ਅਗਰ ਤੁਸੀਂ x ਦੀ ਜਗ੍ਹਾ ਤੇ -x ਵੀ ਰਿਪਲੇਸ ਕਰ ਰਹੇ ਹੋ ਦੈਨ ਫੰਕਸ਼ਨ ਦੀ ਵੈਲਿਊ ਚੇਂਜ ਨਹੀਂ ਹੁੰਦੀ, ਉਹ ਸੇਮ ਰਹਿੰਦੀ ਹੈ। ਜਿਵੇਂ ਫੋਰ ਐਗਜ਼ਾਮਪਲ x⁴ ਦੇ ਵਿੱਚ ਤੁਸੀਂ x ਦੀ ਜਗ੍ਹਾ ਤੇ -x ਰਿਪਲੇਸ ਕਰ ਦਿਓ ਦੈਨ ਉਹਨੇ ਵੈਲਿਊ ਸੇਮ ਹੀ ਦੇਣੀ ਹੈ। ਨੈਕਸਟ ਆ ਜਾਂਦਾ ਤੁਹਾਡੇ ਕੋਲ ਔਡ ਫੰਕਸ਼ਨ। ਔਡ ਫੰਕਸ਼ਨ ਦੇ ਵਿੱਚ ਅਗਰ ਤੁਸੀਂ x ਦੀ ਜਗ੍ਹਾ ਤੇ -x ਰਿਪਲੇਸ ਕਰਦੇ ਹੋ ਤਾਂ ਮਾਈਨਸ ਦਾ ਸਿੰਬਲ ਜਿਹੜਾ ਹੈਗਾ ਉਹ ਬਾਹਰ ਨਿਕਲ ਕੇ ਆ ਜਾਂਦਾ, -f(x). ਜਿਵੇਂ ਤੁਸੀਂ x⁵ ਦੇ ਵਿੱਚ ਅਗਰ ਤੁਸੀਂ x ਨੂੰ -x ਰਿਪਲੇਸ ਕਰਦੇ ਹੋ ਤਾਂ -x⁵ ਬਣ ਕੇ ਬਾਹਰ ਆਊਗਾ। ਤਾਂ ਇਹ ਸੀਗੀਆਂ ਕੁਝ ਬੇਸਿਕ ਟਾਈਪਸ ਫੰਕਸ਼ਨਸ ਦੀਆਂ, ਜਿਨ੍ਹਾਂ ਦੇ ਨਾਲ ਰਿਲੇਟਡ ਜਿਹੜੀਆਂ ਐਗਜ਼ਾਮਪਲਸ ਨੇ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕੱਲ੍ਹ ਕਰਾਂਗੇ। ਇਹਨਾਂ ਡੈਫੀਨੇਸ਼ਨਸ ਦੇ ਵਿੱਚ ਅਗਰ ਕੋਈ ਡਾਊਟ ਹੁੰਦਾ ਤਾਂ ਤੁਸੀਂ ਅੱਜ ਕਲੀਅਰ ਕਰ ਲਿਓ, ਕਿਉਂਕਿ ਤੁਹਾਨੂੰ ਇਹਨਾਂ ਦੇ ਬੇਸ 'ਤੇ ਹੀ ਐਗਜ਼ਾਮਪਲਸ ਜਿਹੜੀਆਂ ਨੇ ਉਹ ਸਮਝ ਆਉਣਗੀਆਂ। ਅਗਰ ਡੈਫੀਨੇਸ਼ਨ ਸਮਝ ਨਹੀਂ ਆਈਆਂ ਤਾਂ ਐਗਜ਼ਾਮਪਲਸ ਵੀ ਸਮਝ ਨਹੀਂ ਆਉਣਗੀਆਂ।